ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਦੁਸਹਿਰੇ ਦੇ ਉੱਪਰ ਸਨਾਤਨ ਧਰਮ ਦੇ ਵਿੱਚ ਜੋ ਵੀ ਕੀਤਾ ਜਾਂਦਾ ਹੈ ਉਹ ਅਸੀਂ ਭਲੀ ਭਾਂਤ ਜਾਣਦੇ ਹਾਂ। ਪਰ 10ਵੇਂ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੁਸਹਿਰੇ ਦਾ ਮਹਾਤਮ ਕਿਵੇਂ ਉਹਨਾਂ ਨੇ ਪ੍ਰਗਟ ਕੀਤਾ, ਆਓ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਖੋਜ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਪਾਵਨ ਕਥਾ ਸਰਵਣ ਕਰਦੇ ਹਾਂ ਜੀ। ਜਦੋਂ ਬਰਸਾਤ ਦਾ ਸਮਾਂ ਆਨੰਦ ਦੇ ਨਾਲ ਬੀਤ ਗਿਆ, ਸਰਦੀ ਦੀ ਰੁੱਤ ਆ ਗਈ ਆ ਜੀ। ਪਿਤਰਨ ਪਛਤੇ ਨੌਰਤ ਤੇ ਚੰਡੀ ਜਗਤ ਮਨਾਏ, ਸਰਾਧ ਆ ਗਏ ਆ, ਲੋਕਾਂ ਨੇ ਸਰਾਧ ਕੀਤੇ ਆ, ਪਿੱਛੋਂ ਨਰਾਤੇ ਆ ਗਏ ਆ, ਲੋਕਾਂ ਨੇ ਦੇਵੀ ਦੀ ਪੂਜਾ ਕੀਤੀ ਆ। ਤੇ ਇੱਧਰ 10ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਿੰਘਾਂ ਨੂੰ, ਆਪਣੇ ਖਾਲਸੇ ਨੂੰ, ਜਿੰਨੇ ਵੀ ਖਜ਼ਾਨੇ ਵਿੱਚ ਪੂਰੇ ਸ਼ਸਤਰ ਆ ਸਾਰਿਆਂ ਨੂੰ ਬਾਹਰ ਕੱਢੋ। ਮਾਰਵਾੜ ਤੋਂ ਆਏ ਸੀ ਸਿਕਲੀਗਰ, ਸ਼ਸਤਰ ਮਾਂਜ ਕੇ ਮੈਲ ਦੂਰ ਕਰਨਗੇ, ਫਿਰ ਸੁਧਾਰ ਕੇ ਸ਼ਸਤਰਾਂ ਦੀ ਪੂਜਾ ਕਰਾਂਗੇ। ਕਿਉਂਕਿ ਮਹਾਰਾਜ ਜੀ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰੇ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਮਹਾਰਾਜ ਜੀ ਕਹਿੰਦੇ ਭਾਈ ਇਹ ਤਲਵਾਰ, ਕਿਰਪਾਨ, ਖੰਡੇ, ਖੜਗ, ਬੰਦੂਕ, ਇਹ ਤੀਰ, ਇਹ ਸੈਫ ਸਰੋਹੀ, ਇਹ ਸਾਰੇ ਮੇਰੇ ਪੀਰ ਆ, ਮੇਰੇ ਗੁਰੂ ਆ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਭਾਈ ਖਜ਼ਾਨੇ ਵਿੱਚੋਂ ਬਾਹਰ ਕੱਢੋ, ਕਿਉਂਕਿ ਜਦੋਂ ਨਮੀ ਵਾਲਾ ਮੌਸਮ ਹੁੰਦਾ ਇਹਨਾਂ ਨੂੰ ਜਰ ਪੈ ਜਾਂਦੀ ਹੈ। ਤੇ ਸਿਕਲੀਗਰ, ਇਹ ਜਿਹੜੇ ਸਿਕਲ ਤੋਂ ਭਾਵ ਹੁੰਦਾ ਜੰਗ ਨੂੰ ਉਤਾਰਨ ਵਾਲੇ, ਇਹ ਜੰਗ ਲਾਉਣ ਵਾਲੇ ਸ਼ਸਤਰਾਂ ਦੀ ਸਫਾਈ ਕਰਨੀ। ਕਿਉਂਕਿ ਮਹਾਰਾਜ ਕਹਿੰਦੇ ਜੰਗਾਂ ਯੁੱਧਾਂ ਦਾ ਅੱਗੇ ਸਮਾਂ, ਮਹਾਰਾਜ ਜਾਣਦੇ ਸੀਗੇ ਭਵਿੱਖ ਬਾਣੀ ਕੀ ਹੋਣਾ, ਸਭ ਕੁਝ ਮਹਾਰਾਜ ਜਾਣਦੇ ਆ ਵੀ ਅੱਗੇ ਕੀ ਕੀ ਹੋਣਾ। ਆਨੰਦਪੁਰ ਸਾਹਿਬ ਦੀਆਂ ਜੰਗਾਂ ਹੋਣੀਆਂ, ਬਾਕੀ ਸ਼ਸਤਰਾਂ ਦੀ ਸੰਭਾਲ ਹੋਣੀ ਚਾਹੀਦੀ ਆ। ਲੋਕ ਦੇਵੀ ਦੀ ਪੂਜਾ ਕਰਦੇ ਆ, ਲੋਕ ਕਹਿ ਦਿੰਦੇ ਆ ਇਸ ਦਿਨ ਭਾਈ ਸਰਾਧ ਕਰਨੇ ਆ, ਨਰਾਤੇ ਆ ਗਏ ਆ, ਦੇਵੀ ਦੀ ਪੂਜਾ ਕਰ ਲਈਏ ਤਾਂ ਪਿੱਤਰਾਂ ਨੂੰ ਮਨਾ ਲਈਏ। ਪਰ ਮਹਾਰਾਜ ਆਪਣੇ ਖਾਲਸੇ ਨੂੰ ਕੀ ਕਹਿ ਰਹੇ ਆ? ਤੇ ਖਾਸ ਖਜ਼ਾਨੇ ਲਗੇ ਨਿਕਾਸਨ ਜਾਤੀ ਖੜਗਣ ਨਾਨਾ। ਖਾਲਸੇ ਨੇ ਫਿਰ ਮਹਾਰਾਜ ਜੀ ਦਾ ਬਚਨ ਮੰਨਿਆ, ਸਿੰਘਾਂ ਨੇ ਸ਼ਸਤਰ ਭੰਡਾਰ ਖੋਲ੍ਹਿਆ ਗਿਆ, ਕਈ ਪ੍ਰਕਾਰ ਦੀਆਂ ਤਲਵਾਰਾਂ ਕੱਢੀਆਂ, ਤੇਗਿਆਂ ਸਹਿਤ ਤਲਵਾਰਾਂ ਸੀ, 2 ਧਾਰੇ ਨੇਜੇ ਸੀ, ਤਲਵਾਰਾਂ ਕਿਰਪਾਨਾਂ ਸੀਖ ਵਾਂਗੂ ਸਿੱਧੀਆਂ ਤੇ ਪਤਲੀਆਂ ਤਲਵਾਰਾਂ, ਮਿਸਰੀ ਤੇ ਗੁਜਰਾਤੀ ਦੀਆਂ ਤਲਵਾਰਾਂ, ਜਮਨੀ ਤਲਵਾਰਾਂ, ਹਲਬ ਸ਼ਹਿਰ ਦੀ ਬਣੀ ਤਲਵਾਰ, ਫਾਰਸ ਦੀ ਬਣੀ ਤਲਵਾਰ, ਕਿਰਚ ਜਿਹੜੀ ਮੋੜ ਤੋਂ ਬਗੈਰ ਸਿੱਧੀ ਤਲਵਾਰ ਹੁੰਦੀ ਹੈ, ਤੇ ਆਰਮੀਨੀਆ ਦੇਸ਼ ਜੁਨਬ ਸ਼ਹਿਰ ਦੀਆਂ ਤਲਵਾਰਾਂ ਸਫਾਈ ਵਾਸਤੇ ਕੱਢੀਆਂ ਜੀ। ਤੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਛੋਟੀ ਵੱਡੀ ਫੌਲਾਦੀ ਕਟਾਰ, ਮਹਾਨ ਖੰਜਰ, ਚੱਕਰ, ਟੇਢੇ ਬਿੱਛੂ ਵਰਗੇ, ਬਹੁਤ ਜਿਵੇਂ ਬਿੱਛੂ ਡੰਗ ਮਾਰਦਾ ਨਾ, ਇਸੇ ਤਰ੍ਹਾਂ ਵੈਰੀ ਨੂੰ ਸੋਧਾ ਲਾਉਣ ਵਾਲੇ ਕਈ ਪ੍ਰਕਾਰ ਦੇ ਛੁਰੇ, ਕਬਜ਼ ਜਿਹੜੇ ਆ, ਪੇਚ ਕਬਜ਼ ਸਾਰੇ ਬਾਹਰ ਕੱਢੇ ਗਏ ਆ ਜੀ। ਤੀਰ ਅਨਕ ਬਿਦ ਖਪਰੇ ਸੇਲੇ, ਖਨ ਬਦਾਮ ਚੇ ਤੁੱਕੇ, ਸੇਲ ਨਰਾਂ ਜੋ ਨਾਵਕ ਤੀਖਣ ਕਰ ਦੈਤ ਨਰਿਪ ਢੁੱਕੇ। ਕਈ ਤਰ੍ਹਾਂ ਦੇ ਤੀਰ ਸੀਗੇ। ਖਪਰੇ ਜਿਨ੍ਹਾਂ ਦੇ ਮੂੰਹ ਬਹੁਤ ਚੌੜੇ ਆ ਜੀ, ਨੇਜੇ ਮੂੰਹੀ ਤੀਰ ਆ ਜਿਹੜੇ, ਬਦਾਮ ਮੂੰਹੀ ਤੀਰ ਆ, ਕਿੱਕਰ ਦੇ ਤੁੱਕੇ ਵਰਗੇ ਦੰਦੇ ਧਾਰ ਮੁਖੀ ਵਾਲੇ ਤੀਰ ਆ, ਸਾਰੇ ਤੀਰ ਇਸ ਤਰ੍ਹਾਂ ਦੇ ਬਾਹਰ ਕੱਢੇ ਆ। ਬੰਦੂਕਾਂ, ਪਿਸਤੌਲ, ਈਰਾਨ ਤੁਰਾਨ, ਇਹਨਾਂ ਦੀਆਂ ਬਣੀਆਂ ਬਰਸ਼ੀਆਂ, ਜਿੰਨੇ ਵੀ ਸਤਿਗੁਰੂ ਮਹਾਰਾਜ ਦੇ ਦੇਖੋ, ਸਤਿਗੁਰੂ ਜੀ ਕਿੰਨਾ ਪਿਆਰ ਕਰਦੇ ਆ ਸ਼ਸਤਰਾਂ ਨੂੰ। ਤੇ ਆਪਾਂ ਹਜੂਰ ਸਾਹਿਬ ਜਾਂਦੇ ਆ, ਉੱਥੇ ਸ਼ਸਤਰਾਂ ਦੀ ਪੂਜਾ, ਆਨੰਦਪੁਰ ਸਾਹਿਬ ਮੱਥਾ ਟੇਕਣ ਜਾਂਦੇ ਆ, ਮਹਾਰਾਜ ਦੀ ਹਜ਼ੂਰੀ ਵਿੱਚ ਅੱਗੇ ਸ਼ਸਤਰ ਰੱਖੇ ਹੋਏ ਆ ਜੀ। ਜਦੋਂ ਮੱਥਾ ਟੇਕਦੇ ਆ ਨਾਲ ਇਹਨਾਂ ਸ਼ਸਤਰਾਂ ਨੂੰ ਵੀ ਆਪਾਂ ਨਤਮਸਤਕ ਹੋ ਜਾਂਦੇ ਆ ਨਾ, ਤਾਂ ਇਹ ਜਿੰਨੇ ਵੀ ਤਖਤ ਆ, ਅਕਾਲ ਤਖਤ ਸਾਹਿਬ ਤੇ ਸ਼ਸਤਰਾਂ ਦੀ ਪੂਜਾ, ਦਰਸ਼ਨ ਵੀ ਕਰਵਾਏ ਜਾਂਦੇ ਆ। ਤੇ ਮਹਾਰਾਜ ਨੇ ਉਦੋਂ ਡਿਊਟੀ ਲਾਈ, ਕਹਿਣ ਲੱਗੇ ਮਾਰਵਾੜੀਏ ਜਿਹੜੇ ਆ ਇਹਨਾਂ ਦੀ ਸੇਵਾ ਕਰਨਗੇ, ਭਾਵ ਕਿ ਇਹਨਾਂ ਨੂੰ ਬਣਦੀ ਸੇਵਾ, ਇਹਨਾਂ ਦੀ ਮਾਇਆ ਜਿਹੜੀ ਆ ਦਿੱਤੀ ਜਾਵੇਗੀ, ਕਿਉਂਕਿ ਮਹਾਰਾਜ ਕਿਸੇ ਦੀ ਮਿਹਨਤ ਨਹੀਂ ਸੀ ਰੱਖਦੇ। ਇਹ ਮਾਰਵਾੜੀਏ ਜਿਹੜੇ ਆ ਇਹਨਾਂ ਨੂੰ ਸ਼ਸਤਰਾਂ ਨੂੰ ਮਾਂਝਣਗੇ, ਇਹਨਾਂ ਦਾ ਜੰਗ ਲੱਗਿਆ ਉਤਾਰਨਗੇ, ਤੇ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਹੋਵੇਗੀ। ਤੇ ਉਹ ਆਏ, ਉਹਨਾਂ ਨੇ ਕੀ ਕੀਤਾ, ਇਹਨਾਂ ਨੂੰ ਪੈਰਾਂ ਥੱਲੇ ਦੱਬ ਕੇ ਹੱਥ ਫੇਰ ਕੇ ਮਾਂਜਣ ਲੱਗੇ ਆ। ਕਿਉਂ? ਕਿਉਂਕਿ ਇਦੋਂ ਬਿਨਾਂ ਸ਼ਸਤਰ ਸਾਫ਼ ਹੀ ਨਹੀਂ ਸੀ ਹੋਣੇ। ਉਹ ਸਫਾਈ ਕਰਦੇ ਸੀ,
ਪੈਰ ਦੇ ਅੰਗੂਠੇ ਨਾਲ ਦੱਬ ਲੈਂਦੇ ਸੀ ਇੱਕ ਪਾਸੋਂ ਸ਼ਾਸਤਰ, ਫਿਰ ਜ਼ੋਰ ਨਾਲ ਰਗੜਨੇ ਪੈਂਦੇ ਆ। ਇੰਨੇ ਵਿੱਚ ਮਹਾਰਾਜ ਜੀ ਜਦੋਂ ਬਾਹਰ ਨਿਕਲੇ ਆ, ਉਹਨਾਂ ਨੇ ਆਪਣੇ ਸ਼ੁਭ ਹਥਿਆਰਾਂ ਵੱਲ ਵੇਖਿਆ, ਕਿਉਂਕਿ ਗੁਰੂ ਮਹਾਰਾਜ ਜੀ ਤਾਂ ਆਪ ਇਹਨਾਂ ਤੇ ਚੌਰ ਸਾਹਿਬ ਕਰਿਆ ਕਰਦੇ ਸੀ ਸ਼ਾਸਤਰਾਂ ਦੇ ਉੱਪਰ। ਗੁਰੂ ਕੇ ਸਿੰਘ, ਕਈ ਨਿਹੰਗ ਸਿੰਘ ਅੱਜ ਵੀ ਇਹਨਾਂ ਦੇ ਉੱਪਰ ਚੌਰ ਸਾਹਿਬ ਕਰਦੇ, ਤੁਸੀਂ ਦਰਸ਼ਨ ਕੀਤੇ ਹੋਣਗੇ। ਹਜੂਰ ਸਾਹਿਬ ਆਮ ਹੀ ਤੁਸੀਂ ਵੇਖਿਆ ਹੋਣਾ ਕਿੰਨਾ ਇਹਨਾਂ ਦਾ ਸਤਿਕਾਰ ਕੀਤਾ ਜਾਂਦਾ ਸ਼ਾਸਤਰਾਂ ਦਾ। ਮਹਾਰਾਜ ਕਹਿਣ ਲੱਗੇ, ਕਹਿਓ ਬੇਅਦਬੀ ਸ਼ਾਸਤਰਨ ਘੇਰੀ, ਤੈਂ ਕਿਉਂ ਚਰਨ ਲਗਾਇਓ। ਮਹਾਰਾਜ ਜੀ ਜਿਹੜੇ ਉੱਥੇ ਮਾਰਵਾੜੀ ਆਏ ਹੋਏ ਸੀ ਨਾ ਸਿਕਲੀਗਰ, ਗੁਰੂ ਜੀ ਕਹਿੰਦੇ, ਭਾਈ ਤੁਸੀਂ ਇਹ ਕੀ ਕਰੀ ਜਾਂਦੇ ਹੋ? ਇਹ ਤਾਂ ਸ਼ਾਸਤਰਾਂ ਦੀ ਬੇਅਦਬੀ ਕਰੀ ਜਾਂਦੇ ਹੋ। ਆਪਣੇ ਚਰਨ ਇਹਨਾਂ ਨੂੰ ਕਿਉਂ ਲਾਈ ਜਾਂਦੇ ਹੋ? ਪੈਰ ਕਿਉਂ ਉੱਪਰ ਰੱਖੇ ਹੋਏ? ਅਕਾਲ ਪੁਰਖ ਨੂੰ ਖੜਗ ਸ਼੍ਰੀ ਸਾਹਿਬ ਬੜੀ ਪਿਆਰੀ ਆ। ਦੇਖੋ ਜੀ, ਉਹਨਾਂ ਦੇ ਨਿੱਜੀ ਝੰਡੇ ਵਿੱਚ ਸੋਭਦੀ ਆ ਤਲਵਾਰ, ਸ਼ਕਤੀ ਚੰਡੀ ਰੂਪ ਆ। ਮਹਾਰਾਜ ਨੇ ਉੱਥੇ ਸਪਸ਼ਟ ਕਰ ਦਿੱਤਾ, ਸਾਡੀ ਇਹ ਜਿਹੜੀ ਕਿਰਪਾਨ ਆ ਨਾ, ਇਹੀ ਚੰਡੀ ਆ ਤੇ ਇਹ ਸਦਾ ਪੂਜਣਯੋਗ ਆ। ਸਾਰੇ ਦੇਵਤੇ, ਦੈਂਤ, ਮਨੁੱਖ ਵਿਚਾਰੇ ਜਿਨ੍ਹਾਂ ਦੇ ਵੱਸ ਵਿੱਚ ਹੋ ਗਏ ਆ, ਬੜੇ ਆਦਰ ਦੇ ਨਾਲ ਭਾਈ ਮਾਂਜੋ ਇਹਨਾਂ ਨੂੰ। ਇਸ ਪ੍ਰਕਾਰ ਕਹਿ ਕੇ ਮਹਾਰਾਜ ਅੱਗੇ ਚਲੇ ਗਏ ਆ। ਸਿੰਘਾਸਣ ਮਹਾਰਾਜ ਜੀ ਨੇ ਤੇ ਆ ਕੇ ਬਿਰਾਜਣਾ ਕੀਤਾ। ਫਿਰ ਖਾਲਸਾ ਆਇਆ, ਸਿੰਘ ਆਏ, ਉਹਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਜੀ। ਕੋਈ ਦੇਰ ਬਾਅਦ ਇੱਕ ਸਿੱਖ ਆਇਆ, ਕਹਿਣ ਲੱਗੇ, ਮਹਾਰਾਜ ਤੁਸੀਂ ਇੰਨੀਆਂ ਕਿਰਪਾਨਾਂ, ਢਾਲਾਂ, ਇਹ ਬੰਦੂਕਾਂ ਖਜ਼ਾਨੇ ਚੋਂ ਬਾਹਰ ਤਾਂ ਕਢਵਾ ਲੀਆਂ ਨੇ, ਪਰ ਉਹ ਜਿਹੜੇ ਮਾਰਵਾੜੀਏ ਨਾ, ਤੇ ਉਹ ਤਾਂ ਸਾਫ਼ ਹੀ ਨਹੀਂ ਕਰ ਰਹੇ ਸ਼ਾਸਤਰ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤਾਂ ਸਿਰ ਦੇ ਉੱਪਰ ਰੱਖ ਕੇ ਨਾ ਤੇ ਬੈਠੇ ਹੋਏ ਆ, ਉਹ ਨਾ ਤਾਂ ਸਫਾਈ ਕਰ ਰਹੇ ਆ ਜੀ, ਵਿਹਲੇ ਨੇ। ਮਹਾਰਾਜ ਮੁਸਕਰਾਏ ਤੇ ਵੇਖਣ ਗਏ। ਜਦੋਂ ਵੇਖਿਆ ਵੀ ਇਹ ਤਾਂ ਸੇਵਾ ਹੀ ਨਹੀਂ ਕਰ ਰਹੇ ਸ਼ਾਸਤਰਾਂ ਦੀ, ਕੀ ਹੋ ਗਿਆ? ਬੈਠੇ ਸਮਾਂ ਬਤੀਤ ਕਰੀ ਜਾਂਦੇ ਆ। ਕਹਿਣ ਲੱਗੇ, ਮਹਾਰਾਜ ਇਹ ਤਾਂ ਆਪ ਜੀ ਦੀ ਆਗਿਆ ਹੈ ਵੀ ਅਦਬ ਤਾਂ ਫਿਰ ਇਦਾਂ ਹੀ ਹੋ ਸਕਦਾ ਇਹਨਾਂ ਸ਼ਾਸਤਰਾਂ ਦਾ। ਸੇਵਾ ਮਾਂਜਣ ਕੀ ਹੋਏ ਤੈਸੇ, ਯਥਾ ਪ੍ਰਥਮ ਮਲਕ ਹੋਵੇ। ਜੇ ਤੁਸੀਂ ਕਹੋਗੇ ਇਹਨਾਂ ਨੂੰ ਮਾਂਜਣਾ, ਪਹਿਲਾਂ ਵਾਂਗ ਉਹ ਪੈਰ ਦੇ ਅੰਗੂਠੇ ਨਾਲ ਦਾਬ ਦੇ ਕੇ ਇਹ ਸਫਾਈ ਇਹਨਾਂ ਦੀ ਹੋਣੀ ਆ, ਫਿਰ ਇਹਨਾਂ ਦੀ ਮੈਲ ਉਤਰੂ। ਇਸ ਤਰ੍ਹਾਂ ਨਹੀਂ ਮੈਲ ਉਤਰਨੀ। ਮਹਾਰਾਜ ਜੀ ਮੁਸਕਰਾਏ, ਕਹਿਣ ਲੱਗੇ, ਤੁਹਾਨੂੰ ਬਖਸ਼ਿਆ, ਇਹ ਗੱਲ ਤੁਸੀਂ ਕਰ ਸਕਦੇ ਹੋ। ਜਦੋਂ ਸ਼ਾਸਤਰਾਂ ਦੀ ਸਫਾਈ ਕਰਨੀ ਆ, ਸਿਕਲੀਗਰਾਂ ਨੂੰ ਮਹਾਰਾਜ ਨੇ ਵਰ ਦਿੱਤਾ, ਕੋਈ ਗੱਲ ਨਹੀਂ, ਤੁਸੀਂ ਸ਼ਾਸਤਰਾਂ ਦੇ ਸਦਾ ਦਾਸ ਹੋ ਜੀ। ਸ਼ਾਸਤਰਨ ਕੇ ਨਿਤ ਦਾਸਾ, ਕਰੋ ਪ੍ਰੇਮ ਤੇ ਸੇਵਾ, ਆਜੁਦ ਤੋ ਸਭ ਸੁਖ ਹੋਏ ਪਾਸਾ। ਤੁਸੀਂ ਪ੍ਰੇਮ ਨਾਲ ਦੇਖੋ ਇਹਨਾਂ ਸ਼ਾਸਤਰਾਂ ਦੀ ਸੇਵਾ ਕਰਦੇ ਹੋ, ਇਹਨਾਂ ਦਾ ਜੰਗ ਜਿਹੜਾ ਉੱਤੇ ਲੱਗਾ ਹੋਇਆ ਉਤਾਰਦੇ ਹੋ, ਭਾਵਨਾ ਤੁਹਾਡੀ ਠੀਕ ਆ, ਇਸ ਕਰਕੇ ਸਾਰੇ ਸੁੱਖ ਅਸਾਂ ਤੁਹਾਨੂੰ ਦਿੱਤੇ ਆ। ਸਿਕਲੀਗਰਾਂ ਨੂੰ ਇਸ ਤਰ੍ਹਾਂ ਮਹਾਰਾਜ ਨੇ ਬਹੁਤ ਵਰ ਦਿੱਤੇ ਆ। ਉਹ ਜਿਹੜਾ ਮਾਰਵਾੜੀ ਸੀ ਨਾ, ਤੇ ਉਹਨਾਂ ਦਾ ਜਿਹੜਾ ਮੁਖੀ ਸੀਗਾ, ਉਹਦਾ ਨਾਂ ਸੀ ਰਾਮ ਸਿੰਘ, ਤੇ ਉਹ ਮਹਾਰਾਜ ਨੂੰ ਬੰਦਨਾ ਕੀਤੀ ਉਹਨੇ। ਰਾਮ ਸਿੰਘ ਤੇ ਨਾਮ ਹੁਤੋ ਸੁਣ, ਗੁਰ ਕੋ ਬੰਧਨ ਠਾਨੀ। ਮਹਾਰਾਜ ਨੂੰ ਮੱਥਾ ਟੇਕਿਆ। ਫਿਰ ਉਹਨਾਂ ਨੇ ਸਾਰੇ ਸ਼ਾਸਤਰਾਂ ਦੀ ਸਫਾਈ ਕੀਤੀ, ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਜਦੋਂ ਸ਼ਾਸਤਰਾਂ ਦੀ ਸਫਾਈ ਹੋ ਗਈ, ਚਮਕ ਆ ਗਈ ਉੱਪਰ, ਉੱਚੇ ਥਲ ਠਕਾਏ ਸਭ, ਆਜੁਦ ਪੂਜਾ ਸੌਂਝ ਮਗਾਈ। ਮਹਾਰਾਜ ਨੇ ਸ਼ਾਸਤਰਾਂ ਨੂੰ ਉੱਚੀ ਜਗ੍ਹਾ ਤੇ ਟਿਕਾਇਆ। ਜਿਸ ਤਰ੍ਹਾਂ ਅਕਾਲ ਤਖਤ ਸਾਹਿਬ, ਦਮਦਮਾ ਸਾਹਿਬ ਆਪਾਂ ਜਾਂਦੇ ਹਾਂ ਜੀ, ਮਹਾਰਾਜ ਦਾ ਆਸਣ ਉੱਚੀ ਜਗ੍ਹਾ ਲੱਗਾ ਹੋਇਆ ਨਾ, ਤੇ ਉਸੇ ਤਰ੍ਹਾਂ ਸ਼ਾਸਤਰਾਂ ਨੂੰ ਵੀ ਉੱਚੀ ਜਗ੍ਹਾ ਰੱਖਿਆ। ਮਹਾਰਾਜ ਨੇ ਆਪ ਇਹਨਾਂ ਨੂੰ ਮੱਥਾ ਟੇਕਿਆ। ਗੁਰੂ ਜੀ ਨੇ ਆਪ ਸ਼ਾਸਤਰਾਂ ਨੂੰ ਮੱਥਾ ਟੇਕਿਆ। ਪੀਰ ਕਹਿ ਕੇ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰੇ ਅਰ ਤੀਰ, ਸੈਪ ਸਰੋਹੀ ਸੈਥੀ ਯਹ ਹਮਾਰੇ ਪੀਰ। ਤੀਰ ਤੁਹੀ ਸੈਥੀ ਤੁਹੀ ਤਬਰ ਤਰਬਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਇਸ ਤਰ੍ਹਾਂ ਗੁਰੂ ਪਿਆਰਿਓ, ਤੇ ਉਦੋਂ ਫਿਰ ਉੱਥੇ ਸਾਰੀ ਸਮੱਗਰੀ ਮੰਗਵਾਈ ਆ ਤੇ ਇਹਨਾਂ ਦੀ ਪੂਜਾ ਕੀਤੀ ਆ ਜੀ। ਤੇ ਉਦੋਂ ਫਿਰ ਬਾਣੀ ਪੜ੍ਹੀ ਗਈ ਆ, ਸੰਸਕ੍ਰਿਤ, ਬ੍ਰਿਜ ਭਾਸ਼ਾ, ਇਹਨਾਂ ਭਾਸ਼ਾਵਾਂ ਦਾ ਗਿਆਨ ਸੀਗਾ ਗੁਰੂ ਕੇ ਸਿੰਘਾਂ ਨੂੰ। ਧੂਪ ਦੀਪ ਚੰਦਨ ਦਾ ਛਿੜਕਾਅ ਕੀਤਾ, ਫੁੱਲਾਂ ਦੇ ਹਾਰ ਰੱਖੇ ਆ। ਦੇਖੋ ਜੀ, ਲੋਕ ਜਿਹੜੇ ਸੀ ਇਹ ਨਰਾਤੇ ਹੋਣ ਕਰਕੇ ਇਹ ਕੋਈ ਕਾਲਕਾ ਮਾਈ, ਕੋਈ ਕਿਸੇ ਦੇਵੀ ਦੀ ਪੂਜਾ ਕਰ ਰਿਹਾ। ਗੁਰੂ ਕੇ ਸਿੰਘ ਕਿਹਦੀ ਪੂਜਾ ਕਰ ਰਹੇ ਆ? ਚੰਡੀ ਦੀ, ਸ਼ਕਤੀ ਦੀ,
ਚੰਡੀ ਤੋਂ ਭਾਵ ਸ਼ਕਤੀ ਮਹਾਰਾਜ ਦੀ। ਇਹ ਸ਼੍ਰੀ ਸਾਹਿਬ, ਕਿਰਪਾਨ, ਇਹ ਸ਼ਸਤਰ ਸਾਰੇ ਜਿਨ੍ਹਾਂ ਦੇ ਸਹਾਰੇ ਮਹਾਰਾਜ ਨੇ 14 ਯੁੱਧ ਕਰਨੇ ਆ ਖਾਲਸੇ ਨੇ, ਤੇ ਵੈਰੀਆਂ ਦੇ ਆਹੂ ਲਾਉਣੇ ਆ, ਜ਼ਬਰ ਦਾ ਮੁਕਾਬਲਾ ਕਰਨਾ ਮਹਾਰਾਜ ਨੇ। ਇਸ ਤਰ੍ਹਾਂ ਫਿਰ ਉੱਥੇ ਸਾਰੀ ਇਹ ਕਿਰਿਆ ਹੋਈ ਆ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੁਸਹਿਰੇ ਕੇ ਦਿਓਸ ਮੈਂ, ਇਹ ਦੁਸਹਿਰੇ ਵਾਲਾ ਦਿਨ ਸੀ ਜਦੋਂ ਗੁਰੂ ਜੀ ਨੇ ਕਾਰਜ ਕੀਤਾ। ਉਦੋਂ ਸਿੰਘਾਂ ਨੇ ਫਿਰ ਸ਼ਸਤਰਾਂ ਦੀ ਸਫਾਈ ਕੀਤੀ, ਕਿਉਂਕਿ ਮਹਾਰਾਜ ਆਪਣੇ ਸਿੰਘਾਂ ਨੂੰ ਤਿਆਰ ਬਰ ਤਿਆਰ ਹੋਣ ਦਾ ਇਹ ਸੰਦੇਸ਼ ਦਿੰਦੇ ਆ ਵੀ ਤਿਆਰ ਬਰ ਤਿਆਰ ਰਹਿਣਾ, ਵੀ ਸ਼ਸਤਰਾਂ ਨੂੰ ਜੰਗ ਲੱਗਾ ਹੋਵੇ, ਉਧਰੋਂ ਯੁੱਧ ਦਾ ਸਮਾਂ ਹੋਵੇ, ਫਿਰ ਇਹਨਾਂ ਨਾਲ ਯੁੱਧ ਕਿਵੇਂ ਲੜਿਆ ਜਾਵੇਗਾ। ਸੋਚ ਇਸ਼ਨਾਨ ਕਰਕੇ ਸਿੰਘ ਜਿਹੜੇ ਗੁਰੂ ਮਹਾਰਾਜ ਜੀ ਦੇ ਤਿਆਰ ਹੋਏ ਆ, ਜੂੜਾ ਕੀਤਾ, ਸਭ ਨੇ ਸਿਰਾਂ ਉੱਪਰ ਦਸਤਾਰ ਸਜਾਈ ਆ, ਬਹੁਤ ਗਾਤਰਾ ਸੁੰਦਰ ਹੈ, ਜਿਹਦੇ ਵਿੱਚ ਕਿਰਪਾਨ ਪਾਈ ਆ, ਸਾਰੇ ਬੜੇ ਸੋਹਣੇ ਲੱਗ ਰਹੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਖਾਲਸੇ ਦੇ ਪਿਤਾ ਜੀ, ਗੁਰੂ ਸਾਹਿਬ ਜੀ ਮਹਾਰਾਜ ਦਾ ਚਿਹਰੇ ਉੱਪਰ ਖੇੜਾ ਜਲਾਲ ਹੈ। ਧਨੁੱਖ ਬਾਣ ਮਹਾਰਾਜ ਨੇ ਹੱਥ 'ਚ ਫੜ ਲਿਆ, ਗਾਤਰੇ ਵਿੱਚ ਕਿਰਪਾਨ ਪਾਈ ਆ, ਪੱਥੇ ਸਹਿਤ ਧਾਰਨ ਕੀਤੀ ਆ। ਮਹਾਰਾਜ ਦਾ ਬੜਾ ਸੁੰਦਰ ਘੋੜਾ ਹੈ, ਘੋੜੇ ਤੇ ਸਵਾਰ ਹੋ ਕੇ ਚੱਲੇ ਆ, ਨਗਾਰੇ ਨੂੰ ਚੋਭ ਦਿੱਤੀ ਆ ਜੀ, ਭੱਟ ਕੀਰਤੀ ਉਚਾਰਦੇ ਅੱਗੇ ਅੱਗੇ ਜਾ ਰਹੇ ਆ। ਬਿਲੋਕ ਬੈਨ ਤੇ ਕੋ ਕਵਾਇੰਦਾ, ਜਦੋਂ ਇਦਾਂ ਫਿਰ ਨਗਾਰੇ ਤੇ ਚੋਟਾਂ ਵੱਜੀਆਂ, ਪਹਾੜੀ ਜਿਹੜੇ ਰਾਜੇ ਸੀ ਥਰ ਥਰ ਕੇ ਕੰਬਣ ਲੱਗੇ ਆ ਜੀ, ਤੇ ਥਰ ਥਰ ਕੇ ਕੰਬਣ ਲੱਗੇ ਆ। ਉਹਨਾਂ ਨੂੰ ਫਿਕਰ ਪੈ ਗਈ ਵੀ ਕਿਤੇ ਗੁਰੂ ਸਾਹਿਬ ਜੀ ਸਾਡਾ ਰਾਜ ਭਾਗ ਹੀ ਨਾ ਖੋਹ ਲੈਣ। ਪਰ ਮਹਾਰਾਜ ਜੀ ਦਾ ਉਦੇਸ਼ ਇਲਾਕੇ ਮੱਲਣਾ ਥੋੜੀ ਸੀ। ਇਹਨਾਂ ਨੂੰ ਭੁਲੇਖਾ ਪੈ ਗਿਆ ਪਹਾੜੀ ਰਾਜਿਆਂ ਨੂੰ ਵੀ ਗੁਰੂ ਸਾਹਿਬ ਵਿੱਚ ਇੰਨੀ ਸ਼ਕਤੀ ਆ, ਇਹਨਾਂ ਮਹਾਰਾਜ ਵਿੱਚ ਜ਼ੋਰ ਆ, ਮਹਾਬਲੀ ਆ। ਜਦੋਂ ਸ਼ਸਤਰਾਂ ਦੇ ਵਾਰ ਇਹਨਾਂ ਦੇ ਸਿੰਘ ਕਰਦੇ ਆ ਤੇ ਉਦੋਂ ਡਰ ਲੱਗਦਾ, ਜਦੋਂ ਜਕਾਰੇ ਲਾਉਂਦੇ ਆ। ਇਸ ਤਰ੍ਹਾਂ ਫਿਰ ਇਹ ਆਨੰਦਾਂ ਦੀ ਪੁਰੀ ਵਿੱਚ ਪੂਰਾ ਆਨੰਦ ਬਣਿਆ। ਜਦੋਂ ਮਹਾਰਾਜ ਜੀ ਵਾਹਿਗੁਰੂ ਜੀ ਕੀ ਫਤਿਹ ਉਚਾਰਦੇ ਆ, ਸਾਰੇ ਉਹਨਾਂ ਦਾ ਸੋਹਣਾ ਸਰੂਪ ਤੱਕਦੇ ਆ ਜੀ। ਵੱਡੇ ਭਾਗ ਆ, ਗੱਡਿਆਂ ਦੇ ਉੱਪਰ ਲੱਦੀਆਂ ਤੋਪਾਂ, ਊਠਾਂ ਦੇ ਉੱਪਰ ਲੱਦੀਆਂ ਤੋਪਾਂ, ਗੁਰੂ ਜੀ ਦੇ ਨਾਲ ਘੋੜਿਆਂ ਉੱਪਰ ਲੱਦੀਆਂ ਤੋਪਾਂ, ਹੋਰ ਕਈ ਪ੍ਰਕਾਰ ਦੀਆਂ ਤੋਪਾਂ, ਜੰਬੂਰੇ, ਇਹ ਜੰਬੂਰੇ, ਇਹ ਜੰਝੈਲਣ, ਤੋਪ ਜਮੂਰ ਜੰਝੈਲਣ, ਲੰਮ ਛੜ ਲਏ ਤਫੁੰਗਣ ਜਾਲੇ, ਹੁਕਮ ਗੁਰੂ ਕੋ ਲੇਤ ਸਚਿਨ ਮੈਂ, ਜੇ ਪਦਾਂ ਤੇ ਅਸਵਾਰਾ, ਸ਼ਲਕ ਸ਼ੋਰਣੀ ਸ਼ੁਰੂ ਕਰੀ ਤਬ ਭਇਓ ਅੰਧ ਧੁੰਦਕਾਰ। ਉਸ ਵਕਤ ਜਦੋਂ ਇਕੱਠੀਆਂ ਬੰਦੂਕਾਂ ਛੱਡੀਆਂ, ਧੂਏ ਦੇ ਨਾਲ ਸਾਰੇ ਪਾਸੇ ਹਨੇਰਾ ਛਾ ਗਿਆ। ਕਿਉਂਕਿ ਜਦੋਂ ਇਸ ਤਰ੍ਹਾਂ ਸ਼ਸਤਰਾਂ ਦੀ ਇਹ ਆਪਾਂ ਵੇਖਦੇ ਹਾਂ ਵੀ ਫੌਜ ਦੇ ਵਿੱਚ ਟ੍ਰੇਨਿੰਗ ਹੁੰਦੀ ਆ, ਤੇ ਜਹਾਜ਼ਾਂ ਦੇ ਗੋਲੇ ਸੁੱਟੇ ਜਾਂਦੇ ਆ, ਇੱਕ ਖਾਲੀ ਜਗ੍ਹਾ ਦੇ ਉੱਪਰ ਜੰਗੀ ਅਭਿਆਸ ਕੀਤਾ ਜਾਂਦਾ, ਕਿੰਨਾ ਗੋਲੀ ਸਿੱਕਾ ਬਰੂਦ ਅਭਿਆਸ ਵਿੱਚ ਵਰਤਿਆ ਜਾਂਦਾ। ਤੇ ਮਹਾਰਾਜ ਜੀ ਫਿਰ ਇਸ ਤਰ੍ਹਾਂ ਫਿਰ ਸਿੰਘਾਂ ਨੂੰ, ਖਾਲਸੇ ਨੂੰ ਅਭਿਆਸ ਕਰਵਾ ਰਹੇ ਆ। ਪਲੀਤੇ ਧੌਕੇ ਜਦੋਂ ਉੱਚੀ ਆਵਾਜ਼ ਹੁੰਦੀ ਆ ਨਾ, ਕੰਨਾਂ 'ਚੋਂ ਕੁਝ ਸੁਣਾਈ ਨਹੀਂ ਦਿੰਦਾ। ਕੱਟੀਆਂ ਬੰਦੂਕਾਂ ਮਹਾਰਾਜ ਨੇ ਜਦੋਂ ਚਲਾਈਆਂ, ਬੰਦੂਕਾਂ ਚਲਾਈਆਂ, ਇਸ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਗੁਰੂ ਕੀ ਖਾਲਸਾ ਫੌਜ, ਪਹਾੜੀ ਰਾਜੇ ਕੰਬ ਗਏ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਜੰਗੀ ਅਭਿਆਸ ਕਰ ਰਹੇ ਆ। ਪਰ ਗੁਰੂ ਸਾਹਿਬ ਜੀ ਨੇ ਦੁਸਹਿਰੇ ਵਾਲੇ ਦਿਨ ਸਾਰਿਆਂ ਨੂੰ ਬੜੀ ਸਿੱਖਿਆ ਦਿੱਤੀ। ਕਹਿਣ ਲੱਗੇ ਦੁਨੀਆ ਦੇ ਉੱਪਰ ਕਿੱਡੇ ਅਵਤਾਰ ਆਉਂਦੇ ਆ। ਸ਼੍ਰੀ ਰਾਮ ਚੰਦਰ ਜੀ, ਉਹਨਾਂ ਦਾ ਸਰੀਰ ਆਇਆ, ਉਹਨਾਂ ਨੂੰ ਵੀ ਜਾਣਾ ਪਿਆ। ਰਾਵਣ ਵਰਗੇ ਆਏ, ਉਹਨਾਂ ਨੂੰ ਵੀ ਜਾਣਾ ਪਿਆ। ਦੇਖੋ ਜੀ, ਤੇ ਦੁਨੀਆ ਦੇ ਉੱਪਰ ਕਿਹੜੀ ਚੀਜ਼ ਰਹਿੰਦੀ ਆ? ਇਹ ਗੁਰੂ ਪਿਤਾ ਜੀ ਦੇ ਬਚਨ ਹਨ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਇਹ ਵੱਡੀਆਂ ਵੱਡੀਆਂ ਜਿਹੜੀਆਂ ਹਸਤੀਆਂ ਹਨ, ਸਾਰੀਆਂ ਮਿਟ ਚੁੱਕੀਆਂ ਨੇ। ਦੇਖੋ ਜੀ, ਸਮੇਂ ਦੇ ਹਿਸਾਬ ਨਾਲ ਸਭ ਨੂੰ ਜਾਣਾ ਪੈਂਦਾ। ਕੋਈ ਵੀ ਆ ਜਾਵੇ, ਉਹ ਇਸ ਦੁਨੀਆ ਤੇ ਆਉਂਦਾ ਹੈ, ਸਮਾਂ ਬਤੀਤ ਕਰਦਾ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ। ਏਡੀਆਂ ਵੱਡੀਆਂ ਹਸਤੀਆਂ ਨੂੰ ਮਿਟਾ ਦਿੱਤਾ। ਉੱਚੇ ਟਿੱਬੇ, ਸ਼ੇਰਾਂ ਮੱਲੇ ਤੇ ਥਲ ਮੱਲੇ ਮੁਰਗਾਈਆਂ, ਸਾਰੇ ਚਾਹੁੰਦੇ ਆ ਵੀ ਮੇਰੀ ਆ ਜਗ੍ਹਾ ਬਣ ਜੇ, ਆ ਮਿਲ ਜਾਵੇ। ਸਾਰੇ ਜਗ੍ਹਾ ਮੱਲਦੇ ਆ, ਪਰ ਚਾਰਾਂ ਨੁੱਕਰਾਂ ਮੌਤ ਨੇ ਮੱਲੀਆਂ, ਫਜ਼ਲ ਕਰੀ ਰੱਬ ਸਾਈਆਂ। ਚਾਰਾਂ ਨੁੱਕਰਾਂ ਤਾਂ ਮੌਤ ਨੇ ਮੱਲੀਆਂ ਹੋਈਆਂ। ਕਿੱਥੇ ਭੱਜ ਲੇਗਾ ਜੀ ਬੰਦਾ? ਕਿਤੇ ਵੀ ਨਹੀਂ ਭੱਜ ਸਕਦਾ। ਕਾਲ ਕੇ ਬਣਾਏ ਸਭੈ
ਕਾਲ ਹੀ ਚਬਾਹੇਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਵੀ ਇਹ ਜਿਹੜੇ ਕਾਲ ਦੇ ਬਣਾਏ ਆ ਨਾ, ਤੇ ਇਹ ਕਾਲ ਹੀ ਇਹਨਾਂ ਨੂੰ ਖਾ ਜੂਗਾ। ਸਮੇਂ 'ਚ ਜਿਹੜੀ ਚੀਜ਼ ਬਣਦੀ ਆ ਉਹ ਸਮੇਂ ਵਿੱਚ ਹੀ ਮਿਟ ਜਾਂਦੀ ਆ। ਤਾਂ ਸਮੇਂ ਵਿੱਚ ਪਹਿਲਾਂ ਚੀਜ਼ ਬਣਦੀ ਆ, ਵੱਧਦੀ ਆ, ਫਿਰ ਮਿਟ ਜਾਂਦੀ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕਰ ਦਿੱਤੇ, ਭਾਈ ਇਹ ਜੋ ਵੀ ਵੱਡੀਆਂ ਵੱਡੀਆਂ ਹਸਤੀਆਂ, ਪੀਰ ਪੈਗੰਬਰ ਔਲੀਏ ਆਏ ਆ, ਅਮੀਰ ਜਾਦੇ ਰਾਜੇ ਆਏ ਆ, ਬਾਦਸ਼ਾਹ ਆਏ ਆ, ਚਲੇ ਗਏ ਨਾ, ਪਰ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਤੇ ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਉੱਪਰ ਕਿਹੜੀ ਚੀਜ਼ ਰਹਿੰਦੀ ਹੈ? ਪਰਮੇਸ਼ਰ ਦਾ ਨਾਮ। ਅੰਤ ਵੇਲੇ ਜਿਹੜਾ ਜਪਿਆ ਹੋਵੇ ਤਾਂ ਵੀ ਜੀਵ ਦੇ ਨਾਲ ਰਹਿੰਦਾ, ਬਾਣੀ ਦੇ ਰੂਪ ਵਿੱਚ ਗੁਰੂ ਨਾਲ ਰਹਿੰਦਾ, ਅਕਾਲ ਪੁਰਖ ਨਾਲ ਰਹਿੰਦਾ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਦੁਨੀਆ ਵਿੱਚ ਜਿਹਨੇ ਵੀ ਸਿਮਰਨ ਕੀਤਾ, ਗੁਰੂ ਦਾ ਉਪਦੇਸ਼ ਕਮਾ ਲਿਆ, ਨਾਮ ਜਪਿਆ, ਉਹੀ ਇਹ ਨਾਮ ਨਹੀਂ ਸਹਾਈ ਹੋਣਾ, ਕਿਸੇ ਨੇ ਹੋਰ ਸਹਾਈ ਨਹੀਂ ਹੋਣਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਆਨ ਪ੍ਰਭ ਘਰ ਸੁੰਦਰ, ਚਿੱਤਰ ਵਿਚਿਤਰਤ ਹੇਮੂ। ਫਿਰ ਪ੍ਰਭੂ ਜੀ ਆਪਣੇ ਸੁੰਦਰ ਘਰ ਵਿੱਚ ਆ ਕੇ ਉਤਾਰਾ ਕਰਦੇ ਆ, ਜਿੱਥੇ ਬੜੀ ਸੁਨਹਿਰੀ ਚਿੱਤਰਕਾਰੀ ਹੋਈ ਆ। ਸਿੱਖ ਸੰਗਤਾਂ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਨੇ, ਮੁਕਤੀ ਪਾਉਂਦੀਆਂ ਨੇ। ਵੱਡੇ ਢੋਲ, ਨਗਾਰੇ, ਸ਼ੰਖ, ਨਫੀਰੀਆਂ, ਇਹ ਮਿਰਦੰਗ, ਸਤਾਰਾਂ ਵੱਜਦੀਆਂ ਨੇ ਜੀ। ਬਹੁਤ ਉੱਥੇ ਮੰਗਤੇ ਆਉਂਦੇ, ਮਹਾਰਾਜ ਸਭ ਦੀਆਂ ਝੋਲੀਆਂ ਭਰਦੇ ਆ। ਗੁਰੂ ਕੇ ਪਿਆਰੇ ਕੀਰਤਨ ਗਾਉਂਦੇ ਆ, ਗੁਣੀ ਕਵੀ ਆਪਣੀਆਂ ਕਵਿਤਾਵਾਂ ਗਾਉਂਦੇ, ਮਹਾਰਾਜ ਨੂੰ ਸੁਣਾਉਂਦੇ ਆ। ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਆ। ਦੁਸਹਿਰੇ ਵਾਲੇ ਦਿਨ ਜੋ ਵੀ ਆਇਆ, ਜਿਸ ਕਵੀ ਨੇ ਆ ਕੇ ਆਪਣੀ ਰਚਨਾ ਸੁਣਾਈ, ਮਹਾਰਾਜ ਨੇ ਉਹਦੀਆਂ ਝੋਲੀਆਂ ਭਰ ਦਿੱਤੀਆਂ। ਉਤਸਵ ਭਇਓ ਸਭਨ ਸੁਖਦਾਇਕ, ਖਾਨ ਪਾਨ ਕਰ ਸੋਏ, ਜੁਗ ਲਗ ਰਾਜ ਥਿਰੋ ਸਤਿਗੁਰ ਕੋ, ਕਹਿ ਅਸੀਸ ਸਭ ਕੋਏ। ਬੜਾ ਵੱਡਾ ਉਤਸਵ ਹੋਇਆ ਦੁਸਹਿਰੇ ਤੇ। ਸਾਰੇ ਫਿਰ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕੀਤਾ। ਮਹਾਰਾਜ ਜੀ ਦਾ ਰਾਜ ਕਵੀ ਜੀ ਕਹਿੰਦੇ ਜੁਗਾਂ ਜੁਗਾਂ ਤੱਕ ਕਾਇਮ ਰਹੇ। ਸਾਰੇ ਲੋਕ, ਸਾਰੀ ਸੰਗਤ ਨੇ ਇਹ ਅਸੀਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿੱਤੀਆਂ ਨੇ। ਸਾਰੇ ਗੁਰੂ ਜੀ ਨੂੰ ਬਜ਼ੁਰਗ ਅਸੀਸਾਂ ਦੇ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਬਲਵਾਨ ਨੇ। ਦਿਨ ਰਾਤ ਖਾਲਸਾ ਵੱਧਦਾ ਜਾਂਦਾ ਜੀ, ਜਿਵੇਂ ਆਕਾਸ਼ ਵਿੱਚ ਦੂਜ ਦਾ ਚੰਦ ਵੱਧਦਾ। ਤੇ ਮਾਤਾ ਗੁਜਰ ਕੌਰ ਜੀ ਦੇ ਲਾਡਲੇ ਸਾਹਿਬਜ਼ਾਦੇ ਬਾਲ ਗੋਬਿੰਦ ਰਾਏ ਜੀ ਹੁਣ ਗੋਬਿੰਦ ਸਿੰਘ ਬਣ ਚੁੱਕੇ ਆ। ਤੇ ਮਹਾਰਾਜ ਜੀ ਮਾਤਾ ਗੁਜਰੀ ਜੀ ਦੇ ਚੰਨ ਹਨ, ਜਿਨ੍ਹਾਂ ਨੂੰ ਤੀਰਾਂ, ਤਲਵਾਰਾਂ, ਢਾਲਾਂ, ਨੇਜੇ, ਵਰਸ਼ੇ, ਬੰਦੂਕਾਂ ਆਦਿ ਇਹਨਾਂ ਸ਼ਸਤਰਾਂ ਨਾਲ ਪਿਆਰ ਹੀ ਨਹੀਂ। ਮਹਾਰਾਜ ਇਹਨਾਂ ਨੂੰ ਆਪਣੇ ਪੀਰ ਕਹਿ ਰਹੇ ਆ, ਕਿਉਂਕਿ ਜਿਹੜੇ ਨਹੀਂ ਸੁਣਦੇ ਸ਼ਬਦ ਦੇ ਨਾਲ, ਤੇ ਉਹਨਾਂ ਨੂੰ ਮਹਾਰਾਜ ਸਮਝਾਉਂਦੇ ਆ ਸ਼ਸਤਰਾਂ ਦੇ ਨਾਲ। ਤਾਂ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਮਾਤਾ ਗੁਜਰੀ ਦਾ ਚੰਨ ਤੀਰਾਂ ਤੇਗਾਂ ਨਾਲ ਖੇਡਦਾ। ਬਾਲਾ ਪ੍ਰੀਤਮ ਜੀ ਬਚਪਨ ਤੋਂ ਹੀ ਇਸ ਤਰ੍ਹਾਂ ਬਹੁਤਿਆਂ ਨੂੰ ਉਹਨਾਂ ਨੇ ਮੁਕਤੀ ਦਿੱਤੀ ਆ, ਬਹੁਤ ਪਿਆਰ ਬਖਸ਼ਿਆ। ਗੁਰੂ ਪਿਆਰਿਓ, ਤਾਂ ਇਹ ਦੁਸਹਿਰੇ ਦਾ ਮਹਾਤਮ ਮਹਾਰਾਜ ਨੇ ਪ੍ਰਗਟ ਕੀਤਾ, ਤੇ ਆਪਣੇ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਇਹ ਜਾਹੋ ਜਲਾਲ ਪ੍ਰਗਟ ਕਰ ਦਿੱਤਾ। ਤੇ ਅੱਜ ਆਪਾਂ ਵੇਖਦੇ ਹਾਂ ਮਹਾਰਾਜ ਸ਼ਾਸਤਰਾਂ ਨੂੰ ਇੰਨਾ ਪਿਆਰ ਕਰਦੇ ਸੀ। ਖਜ਼ਾਨੇ ਵਿੱਚ ਇੰਨੇ ਤਰ੍ਹਾਂ ਦੀਆਂ ਤਲਵਾਰਾਂ, ਕਿਰਪਾਨਾਂ, ਢਾਲਾਂ ਵੱਖ-ਵੱਖ ਇਲਾਕੇ ਦੀਆਂ ਬਣੀਆਂ ਹੋਈਆਂ। ਅੱਜ ਅਸੀਂ ਸ਼ਾਸਤਰਾਂ ਨੂੰ ਵਿਸਾਰ ਦਿੱਤਾ। ਅੱਜ ਸਾਡੇ ਘਰਾਂ ਵਿੱਚ ਇੱਕ ਕਿਰਪਾਨ ਵੀ ਬੜੀ ਮੁਸ਼ਕਲ ਦੇ ਨਾਲ ਲੱਭਦੀ ਹੈ। ਤੇ ਆਧੁਨਿਕ ਹਥਿਆਰ, ਉਹਨਾਂ ਦੇ ਵੀ ਅਸੀਂ ਲਾਇਸੈਂਸ ਸਾਡੇ ਪਾਸ ਨਹੀਂ ਹਨ। ਤਾਂ ਜਦੋਂ ਤੱਕ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਵਿਚਾਰ, ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਹੈ, ਉਦੋਂ ਤੱਕ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਹਰਾ ਨਹੀਂ ਸਕਦੀ। ਸਿੱਖ, ਸਿੰਘ, ਖਾਲਸਾ ਇਹ ਅਕਾਲ ਪੁਰਖ ਦੀ ਫੌਜ ਆ ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਗੁਰੂ ਪਿਆਰਿਓ, ਇਹ ਜਿਹੜਾ ਖਾਲਸਾ ਹੈ ਨਾ, ਪਰਮਾਤਮਾ ਦੀ ਮੌਜ ਵਿੱਚੋਂ ਪ੍ਰਗਟ ਹੋਇਆ। ਇਹ ਪਰਮਾਤਮਾ ਦੀ ਮੌਜ ਵਿੱਚੋਂ ਪ੍ਰਗਟ ਹੋਇਆ ਹੈ। ਇਸ ਕਰਕੇ ਤੇ ਇਹ ਅਕਾਲ ਪੁਰਖ ਦੀ ਫੌਜ ਆ, ਖਾਲਸਾ ਫੌਜ, ਰੱਬੀ ਫੌਜ ਆ। ਮਹਾਰਾਜ ਨੇ ਆਖਿਆ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਇਹ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਮੈਂ ਪੰਥ ਚਲਾਇਆ, ਮੈਂ ਤਾਂ ਕੁਝ ਵੀ ਨਹੀਂ ਹਾਂ। ਤਾਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਭਾਈ, ਉਦੋਂ ਜੋ ਸਿਕਲੀਗਰ ਆਏ ਸੀ ਨਾ,
ਜਿਨ੍ਹਾਂ ਨੇ ਸ਼ਾਸਤਰ ਮਾਂਜੇ। ਮਹਾਰਾਜ ਨੇ ਉਹ ਮਾਰਾਵਾੜੀ ਰਾਮ ਸਿੰਘ ਜੋ ਸੇਵਾਦਾਰ ਆਏ ਸੀ, ਉਹਨਾਂ ਦੀਆਂ ਝੋਲੀਆਂ ਵੀ ਭਰ ਦਿੱਤੀਆਂ, ਖੁਸ਼ੀਆਂ ਬਖਸ਼ੀਆਂ। ਸਿਕਲੀਗਰਾਂ ਦਾ ਇਹ ਇਤਿਹਾਸ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਵੀ ਖੁਸ਼ੀਆਂ ਬਖਸ਼ੀਆਂ। ਹੁਣ ਦੁਸਹਿਰੇ 'ਤੇ ਆਪਾਂ ਵੇਖਦੇ ਹਾਂ ਬਹੁਤ ਲੋਕ ਆ ਜਿਹੜੇ ਰਾਵਣ ਦੇ ਪੁਤਲੇ ਇਸ ਤਰ੍ਹਾਂ ਸਾੜਦੇ ਆ, ਹਰ ਸਾਲ ਹੀ ਸਾੜਦੇ ਆ। ਪਰ ਲੋੜ ਆ ਜੀ ਜਿਹੜਾ ਸਾਡੇ ਅੰਦਰ ਰਾਵਣ ਹੈ ਵਿਕਾਰਾਂ ਰੂਪੀ ਨੂੰ ਸਾੜਨ ਦੀ, ਸਮਝਣ ਦੀ। ਤਾਂ ਮਹਾਰਾਜ ਨੇ ਇਸ ਤਰ੍ਹਾਂ ਭਾਈ ਸਾਨੂੰ ਸਿੱਖਿਆ ਦਿੱਤੀ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸਾਡੇ ਅੰਦਰ ਆ, ਵੱਡੇ ਵੱਡੇ ਵਿਕਾਰ, ਵੱਡੇ ਰਾਵਣ ਬਣ ਕੇ ਬੈਠੇ ਹੋਏ ਆ, ਲੋੜ ਆ ਇਹਨਾਂ ਨੂੰ ਜਲਾਉਣ ਦੀ। ਨਾ ਕਿ ਉਹ ਜੋ ਵਿਦਵਾਨ ਪੁਰਖ ਆ ਜੋ ਕਿ ਪੜ੍ਹਿਆ ਲਿਖਿਆ ਸੀ, ਵੇਦਾਂ ਦਾ ਗਿਆਤਾ ਸੀ, ਤੇ ਮਹਾਰਾਜ ਦੀ ਬਾਣੀ ਵਿੱਚ ਉਹਦੇ ਗੁਣ ਤੇ ਉਹਦੇ ਮੂਰਖ ਹੋਣ ਦਾ ਦੋਨਾਂ ਦਾ ਹੀ ਜ਼ਿਕਰ ਆ। ਕੀ ਕੀ ਕਰ ਸਕਦਾ ਸੀ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਤੇ ਏਡੀ ਵੱਡੀਆਂ ਵੱਡੀਆਂ ਹਸਤੀਆਂ ਮਿਟ ਗਈਆਂ। ਸਾਨੂੰ ਸਿੱਖਿਆ ਲੈਣੀ ਚਾਹੀਦੀ, ਅਸੀਂ ਰਹਾਂਗੇ। ਰੱਬ ਨੇ ਇੱਥੇ ਧਰਤੀ ਤੇ ਰਹਿਣ ਦਾ ਕਿਸੇ ਦਾ ਪੱਕਾ ਪ੍ਰਬੰਧ ਕੀਤਾ ਹੀ ਨਹੀਂ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ। ਗੁਰੂ ਮਹਾਰਾਜ ਕਿਰਪਾ ਕਰਨ। ਇਸ ਤਰ੍ਹਾਂ ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਨੇ ਦੁਸਹਿਰੇ ਵਾਲੇ ਦਿਨ ਇਹ ਸ਼ਾਸਤਰ ਜਿਹੜੇ ਸੀਗੇ ਇਹਨਾਂ ਦੀ ਸਫਾਈ ਕਰਵਾਈ, ਤੇ ਗੁਰੂ ਸਾਹਿਬ ਜੀ ਨੇ ਮਹਾਰਾਜ ਨੇ ਇਕੱਠੀਆਂ ਬੰਦੂਕਾਂ ਚਲਵਾ ਕੇ ਅਭਿਆਸ ਵੀ ਕਰਵਾਇਆ। ਕਵੀਆਂ ਦੀਆਂ ਜੋ ਸ਼ਾਸਤਰ ਸਾਫ਼ ਕਰਨ ਆਏ ਸੀ ਉਹਨਾਂ ਦੀਆਂ ਝੋਲੀਆਂ ਵੀ ਭਰ ਦਿੱਤੀਆਂ। ਬਹੁਤ ਵੱਡਾ ਮਹਾਤਮ ਮਹਾਰਾਜ ਨੇ ਵੀਰ ਰਸ ਦੇ ਰਾਹੀਂ ਖਾਲਸੇ ਵਿੱਚ ਪ੍ਰਗਟ ਕੀਤਾ ਹੈ। ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਹਜ਼ੂਰ ਸਾਹਿਬ ਦੇ ਵਿੱਚ ਸ਼ਾਸਤਰਾਂ ਦੀ ਪੂਜਾ, ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੇ ਸ਼ਾਸਤਰ ਆ ਰੱਖੇ ਹੋਏ ਆ, ਅਸੀਂ ਬਾਣੀ ਬਾਣਾ ਦੋਨੋਂ ਜ਼ਰੂਰੀ ਆ। ਬਾਣੀ ਬਾਣੇ ਦੇ ਧਾਰਨੀ ਹੋਈਏ, ਸਵੈ ਦੀ ਰੱਖਿਆ ਕਰੀਏ। ਇਹ ਕਿਰਪਾਨ ਗੁਰੂ ਦੀ ਕਿਰਪਾਨ ਆ ਜਿਹੜੀ, ਤੇ ਇਹ ਮਜਲੂਮ ਦੇ ਉੱਪਰ ਇਹ ਜਿਹੜੀ ਰਾਖੀ ਕਰਨ ਵਾਸਤੇ, ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਹੀ ਚੁੱਕੀ ਜਾਂਦੀ ਆ। ਧੱਕਾ ਕਰਨਾ, ਇਹ ਪਹਿਨ ਕੇ ਸ਼ਾਸਤਰ ਕਿਸੇ ਗਰੀਬ ਦੀ ਮਾਰ ਕਰਨੀ ਬੜੀ ਮਾੜੀ ਗੱਲ ਆ। ਤਾਂ ਗੁਰੂ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਪੁੱਤਰ ਧੀਆਂ ਬਣ ਕੇ ਆਪਣੀ ਜ਼ਿੰਦਗੀ ਜਿਉਵੋ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਬੇਨਤੀਆਂ ਪ੍ਰਵਾਨ ਕਰਨੀਆਂ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।